ਸਤਿ ਸ਼੍ਰੀ ਅਕਾਲ ਜੀ। ਮੈਂ ਰਾਜਵਿੰਦਰ ਕੌਰ ਦਲੀਪ ਕੌਰ ਟਵਾਣਾ ਜੀ ਦੁਆਰਾ ਲਿਖਿਆ ਨਾਵਲ ਮਾਤਾ ਤਰਤ ਮਸਤ ਦਾ ਹੀ ਹਿੱਸਾ 3 ਲੋਕ ਸੇ ਨਿਆਰੀ ਲੈ ਕੇ ਹਾਜ਼ਰ ਹੋਈਆਂ ਜੀ। ਆਓ ਆਪਾਂ ਸ਼ੁਰੂ ਕਰਦੇ ਹਾਂ। ਭਾਗ 6ਵਾਂ। ਫਾਤਮਾ ਨੇ ਸਾਹਿਬਾ ਦਾ ਸਾਰਾ ਆਲਾ ਦੁਆਲਾ ਘੁੰਮ ਕੇ ਦੇਖਿਆ। ਉਹ ਹੈਰਾਨ ਹੋ ਗਈ ਕਿ ਹੇਠਾਂ ਇੱਕ ਭੋਰਾ ਵੀ ਸੀ ਜਿੱਥੇ ਚਟਾਈ, ਮਾਲਾ, ਪਾਣੀ ਦੀ ਸੁਰਾਹੀ, ਗਲਾਸ, ਕੁਝ ਪੋਥੀਆਂ ਪਈਆਂ ਸਨ ਅਤੇ ਇੱਕ ਪਾਸੇ ਚੱਕੀ ਅਤੇ ਉਹਦੇ ਕੋਲ ਕਣਕ ਅਤੇ ਛੋਲਿਆਂ ਦੇ ਦਾਣੇ ਪਏ ਸਨ। ਬਾਕੀ ਚੀਜ਼ਾਂ ਦੀ ਤਾਂ ਉਸਨੂੰ ਸਮਝ ਆ ਰਹੀ ਸੀ, ਪਰ ਚੱਕੀ ਦਾ ਕੀ ਮਤਲਬ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ। ਪੌੜੀਆਂ ਚੜ੍ਹ ਕੇ ਭੋਰੇ 'ਚੋਂ ਬਾਹਰ ਆ ਕੇ ਉਸਨੇ ਸਾਹਿਬਾ ਨੂੰ ਪੁੱਛ ਹੀ ਲਿਆ, ਸਾਹਿਬਾ ਤੂੰ ਉੱਥੇ ਚੱਕੀ ਕਾਹਦੇ ਲਈ ਰੱਖੀ ਹੋਈ ਹੈ? ਸਾਹਿਬਾ ਹੱਸ ਪਈ ਅਤੇ ਬੋਲੀ, ਹੇਠਾਂ ਭੋਰੇ ਵਿੱਚ ਹੋਣ ਕਰਕੇ ਚੱਕੀ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਅਤੇ ਸਾਹਿਬ ਨੂੰ ਜਿਹੜੀ ਮਿੱਸੀ ਰੋਟੀ, ਦਹੀਂ ਅਤੇ ਮੱਖਣ ਨਾਲ ਮੈਂ ਖਵਾਉਂਦੀ ਹਾਂ, ਉਸਦਾ ਆਟਾ ਮੈਂ ਆਪ ਪੀਂਦੀ ਹਾਂ। ਕਿਉਂ ਪੀਂਦੀ ਹੈ? ਫਾਤਮਾ ਨੇ ਹੈਰਾਨ ਹੋ ਕੇ ਪੁੱਛਿਆ। ਬਸ ਮੈਨੂੰ ਚੰਗਾ ਲੱਗਦਾ। ਮੈਂ ਤਾਂ ਆਪ ਹੀ ਦੁੱਧ ਰਿੜਕ ਕੇ ਮੱਖਣ ਕੱਢਦੀ ਹਾਂ ਅਤੇ ਆਪ ਹੀ ਦਹੀਂ ਜਮਾਉਂਦੀ ਹਾਂ। ਰਾਜਿਆਂ ਵਰਗਾ ਤੇਰਾ ਸਾਹਿਬ ਦਾ ਘਰ ਹੈ, ਤੈਨੂੰ ਆਪ ਕੰਮ ਕਰਨ ਦੀ ਕੀ ਲੋੜ ਹੈ? ਜਿੰਨੇ ਵੇਲੇ ਵਿੱਚ ਮੈਂ ਇਹ ਸਭ ਕੁਝ ਕਰਦੀ ਹਾਂ, ਉਹਨਾਂ ਚਿਰ ਜਿਹੜੀ ਬਾਣੀ ਪੜ੍ਹਦੀ ਹਾਂ ਉਸ ਦਾ ਰਸ ਭੋਜਨ 'ਚ ਜਾਂਦਾ ਹੈ। ਸਾਤਵਿਕ ਭੋਜਨ ਲਈ ਭੋਜਨ ਕੀਆ ਦੇ ਨਾਲ ਭੋਜਨ ਕਿਸ ਨੇ ਤਿਆਰ ਕੀਤਾ ਅਤੇ ਕਿਵੇਂ ਤਿਆਰ ਕੀਤਾ ਹੈ, ਇਹ ਵੀ ਓਡਾ ਹੀ ਜ਼ਰੂਰੀ ਹੈ। ਸਾਹਿਬਾ ਦੀਆਂ ਗੱਲਾਂ ਸੁਣ ਕੇ ਫਾਤਮਾ ਹੈਰਾਨ ਹੋ ਰਹੀ ਸੀ। ਅਗਲੇ ਦਿਨ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਸੀ। ਬੱਦਲ ਘੁੰਮਦੇ ਫਿਰ ਰਹੇ ਸਨ। ਕਣੀਆਂ ਜਦੋਂ ਦਰੱਖਤਾਂ ਦੇ ਪੱਤਿਆਂ ਤੋਂ ਡਿੱਗਦੀਆਂ ਉਹ ਜਿਵੇਂ ਨੱਚਣ ਲੱਗ ਜਾਂਦੇ। ਸਾਹਿਬਾ ਆਪਣੇ ਬਗੀਚੇ ਵਿੱਚ ਖੜ੍ਹੀ ਇਹ ਸਭ ਕੁਝ ਦੇਖਦੀ ਕੁਦਰਤ ਦੇ ਰੰਗਾਂ ਤੋਂ ਹੈਰਾਨ ਹੋ ਰਹੀ ਸੀ। ਧਰਤੀ ਵਿੱਚੋਂ ਨਿੱਕਾ ਜਿਹਾ ਬੂਟਾ ਨਿਕਲਦਾ ਸੀ ਅਤੇ ਆਪੇ ਵੱਡਾ ਹੋਈ ਜਾਂਦਾ ਸੀ। ਅਣਗਿਣਤ ਉਹਦੇ ਪੱਤੇ ਲੱਗ ਜਾਂਦੇ ਸਨ। ਅਣਗਿਣਤ ਪਪੀਸੀਆਂ ਫੁੱਟ ਪੈਂਦੀਆਂ ਸਨ। ਫਿਰ ਕਿਸੇ ਬੂਟੇ ਦੇ 'ਤੇ ਲਾਲ ਫੁੱਲ ਅਤੇ ਕਿਸੇ 'ਤੇ ਪੀਲੇ, ਕਿਸੇ 'ਤੇ ਚਿੱਟੇ ਪੈ ਜਾਂਦੇ ਸਨ। ਕੋਈ ਆੜੂਆਂ ਦਾ, ਕੋਈ ਨਾਸਪਤੀਆਂ ਦਾ ਬੂਟਾ ਸੀ, ਕੋਈ ਨਿੰਬੂਆਂ ਦਾ ਅਤੇ ਕੋਈ ਨਿੱਕੇ ਨਿੱਕੇ ਬੂਟਿਆਂ ਨੂੰ ਸਿਰਫ ਫੁੱਲ ਹੀ ਲੱਗਦੇ ਸਨ। ਉਹ ਸਾਰਾ ਦਿਨ ਖੁਸ਼ਬੂ ਹੀ ਖਿਲਾਰਦੇ ਰਹਿੰਦੇ ਸਨ। ਸਾਹਿਬਾ ਨੇ ਮਨ ਹੀ ਮਨ ਉਹਨਾਂ ਬੂਟਿਆਂ ਨੂੰ ਅਤੇ ਉਹਨਾਂ ਬੂਟਿਆਂ ਰਾਹੀਂ ਉਹਨਾਂ ਦੇ ਸਿਰਜਕ ਨੂੰ ਮੋਹ ਭਿੱਜੀ ਨਮਸਕਾਰ ਕੀਤੀ ਅਤੇ ਫਿਰ ਝੂਮਦੀ ਹੋਈ ਅੰਦਰ ਆ ਗਈ। ਸਾਹਿਬ ਦੇ ਅੰਦਰ ਆਉਣ ਦਾ ਵੇਲਾ ਹੋ ਗਿਆ ਸੀ। ਉਸਨੇ ਸਲੂਣੀਆਂ ਮਿੱਸੀਆਂ ਰੋਟੀਆਂ ਬਣਾਈਆਂ, ਕਾਂਸੀ ਦੀ ਕਟੋਰੀ ਵਿੱਚ ਮੱਖਣ ਰੱਖਿਆ, ਇੱਕ ਕੌਲ ਵਿੱਚ ਦਹੀਂ ਪਾਇਆ, ਕਾਂਸੀ ਦੇ ਥਾਲ ਵਿੱਚ ਰੋਟੀਆਂ ਰੱਖੀਆਂ ਅਤੇ ਕੰਗਣੀ ਵਾਲਾ ਅਧਰੇਟੇ ਦਾ ਗਲਾਸ ਭਰ ਕੇ ਲੈ ਆਈ। ਸਾਹਿਬ ਨੇ ਪ੍ਰਸੰਨ ਚਿੱਤ ਭੋਜਨ ਛਕਿਆ, ਹੱਥ ਧੋਤੇ, ਕੁਝ ਸਲੋਕ ਉਚਾਰੇ, ਪਰਮੇਸ਼ਵਰ ਨੂੰ ਨਮਸਕਾਰ ਕੀਤੀ। ਉਹਨਾਂ ਨੇ ਦੇਖਿਆ ਅੱਜ ਸਾਹਿਬਾ ਬੜੇ ਧਿਆਨ ਨਾਲ ਉਹਨਾਂ ਨੂੰ ਦੇਖ ਰਹੀ ਸੀ। ਉਹਨਾਂ ਨੇ ਹੱਸ ਕੇ ਪੁੱਛਿਆ, ਸਾਹਿਬਾ ਕੀ ਪੁੱਛਣਾ ਚਾਹੁੰਦੇ ਹੋ? ਸਾਹਿਬਾ ਪਲ ਦੋ ਪਲ ਲਈ ਉਹਨਾਂ ਦੇ ਸੂਰਜੀ ਚਿਹਰੇ ਵੱਲ ਤੱਕਦੀ ਰਹੀ ਅਤੇ ਫਿਰ ਆਖਣ ਲੱਗੀ, ਸਾਹਿਬ ਇਹ ਸਾਰਾ ਕੁਝ ਤੁਸੀਂ ਕਿਵੇਂ ਚਲਾਈ ਜਾਂਦੇ ਹੋ? ਇੰਨੀ ਸਾਰੀ ਸੰਗਤ ਲਈ ਭੋਜਨ, ਇੰਨੇ ਸਾਰੇ ਕਵੀਆਂ, ਲੇਖਕਾਂ, ਵਿਦਵਾਨਾਂ ਪਾਸੋਂ ਲਿਖਣਾ ਲਿਖਵਾਉਣਾ, ਇੱਕ ਪਾਸੇ ਸ਼ਾਹੀ ਠਾਠ, ਦੂਜੇ ਪਾਸੇ ਫਕੀਰਾਂ ਵਾਲਾ ਸੁਭਾਅ, ਇੱਕ ਪਾਸੇ ਜੰਗਾਂ ਯੁੱਧਾਂ ਦੀਆਂ ਤਿਆਰੀਆਂ, ਦੂਜੇ ਪਾਸੇ ਸੁਖ ਸ਼ਾਂਤੀ ਲਈ ਅਰਦਾਸ। ਸਾਹਿਬ ਮੁਸਕਰਾ ਪਏ ਅਤੇ ਬੋਲੇ, ਅਕਾਲ ਪੁਰਖ ਆਪ ਹੀ ਸਭ ਕੁਝ ਕਰਦਾ ਕਰਵਾਉਂਦਾ। ਸੁਣ ਕੇ ਸਾਹਿਬਾ ਚੁੱਪ ਕਰ ਗਈ। ਸਾਹਿਬ ਵੀ ਕੁਝ ਪਲ ਚੁੱਪ ਕੀਤੇ ਬੈਠੇ ਰਹੇ। ਸ਼ਾਇਦ ਉਹਨਾਂ ਦਾ ਧਿਆਨ ਅਕਾਲ ਪੁਰਖ ਵੱਲ ਚਲਿਆ ਗਿਆ ਸੀ ਅਤੇ ਫਿਰ ਉਹ ਮਾਤਾ ਜੀ ਨੂੰ ਨਮਸਕਾਰ ਕਰਨ ਚਲੇ ਗਏ। ਅੱਜ ਸਾਰਾ ਦਿਨ ਸਾਹਿਬਾ ਇਸ ਜਗਤ ਤਮਾਸ਼ੇ ਬਾਰੇ ਸੋਚਦੀ ਰਹੀ। ਲੰਗਰ ਦੀ ਸੇਵਾ ਕਰਦੀ ਹੋਈ ਵੀ ਅਤੇ ਸੰਗਤ ਦੇ ਜੋੜੇ ਝਾੜਦੀ ਹੋਈ ਵੀ। ਸਿਰਫ ਕੀਰਤਨ ਸੁਣਨ ਵੇਲੇ ਉਹ ਸਾਹਿਬ ਤੋਂ ਪਾਰ ਦੇਖਦੀ ਰਹੀ। ਹੁਣ ਫਾਤਮਾ ਵੀ ਉਹਦੇ ਨਾਲ ਸੀ। ਉਸਨੇ ਫਾਤਮਾ ਨੂੰ ਆਖਿਆ, ਫਾਤਮਾ ਤੂੰ ਆਪਣੀ ਨਮਾਜ਼ ਪੜ੍ਹ ਲਿਆ ਕਰ। ਫਾਤਮਾ ਬੋਲੀ, ਨਮਾਜ਼ ਤਾਂ ਮੈਂ ਪੜ੍ਹ ਲੈਂਦੀ ਹੁੰਦੀ ਹਾਂ, ਪਰ ਮੈਨੂੰ ਲੱਗਦਾ ਅੱਲਾ ਵਾਹਿਗੁਰੂ ਸਭ ਉਸ ਇੱਕ ਦੇ ਹੀ ਨਾਉਂ ਨੇ। ਸਾਹਿਬਾ ਨੂੰ ਲੱਗਿਆ ਫਾਤਮਾ ਤਾਂ ਮੇਰੇ ਨਾਲੋਂ ਵੀ 2 ਕਦਮ ਅੱਗੇ ਤੁਰ ਰਹੀ ਹੈ। ਝਕਦੀ ਝਕਦੀ ਫਾਤਮਾ ਉਸਨੂੰ ਦੁਬਾਰਾ ਪੁੱਛਣ ਲੱਗੀ, ਸਾਹਿਬਾ ਤੂੰ ਜੋ ਪਹਿਰ ਦੇ ਤੜਕੇ ਉੱਠ ਕੇ ਪਾਠ ਕਰਦੀ ਹੋਈ ਆਟਾ ਪੀਂਦੀ ਹੈ, ਤੇਰੇ ਸਾਹਿਬ ਦੇ ਬਥੇਰੇ ਸੇਵਕ ਨੇ, ਦਾਣਿਆਂ ਦੀ ਥਾਂ ਆਟਾ ਹੀ ਮੰਗਵਾ ਲਿਆ ਕਰ। ਸਾਹਿਬਾ ਬੋਲੀ, ਕਣਕ ਅਤੇ ਛੋਲੇ ਰਲਾ ਕੇ ਜਦੋਂ ਮੈਂ ਆਟਾ ਪੀਂਦੀ ਹਾਂ, ਉਸ ਘੜੀ ਜਿਹੜਾ ਪਾਠ ਕਰਦੀ ਹਾਂ ਉਹਦਾ ਸਾਰਾ ਅਸਰ ਆਟੇ ਵਿੱਚ ਚਲਿਆ ਜਾਂਦਾ। ਇਸੇ ਤਰ੍ਹਾਂ ਜੋ ਰੋਟੀ ਪਕਾਉਣ ਵੇਲੇ ਮੈਂ ਸੋਚਦੀ ਹਾਂ, ਉਹਦਾ ਅਸਰ ਵੀ ਭੋਜਨ ਵਿੱਚ ਜਾਂਦਾ ਹੈ। ਫਾਤਮਾ ਜੇ ਮੈਂ ਆਟਾ ਆਪ ਨਾ ਪੀਵਾਂ, ਇਹਦਾ ਮਤਲਬ ਹੈ ਕੋਈ ਹੋਰ ਕੰਮ ਕਰ ਰਿਹਾ ਹੋਵੇਗਾ।
ਇਹਦਾ ਮਤਲਬ ਹੋਊਗਾ ਕਿਸੇ ਹੋਰ ਦੀ ਮਿਹਨਤ ਮੈਂ ਵੀ ਖਾ ਰਹੀ ਹੋਵਾਂਗੀ ਅਤੇ ਆਪਣੇ ਸਾਹਿਬ ਨੂੰ ਵੀ ਖਵਾ ਰਹੀ ਹੋਵਾਂਗੀ। ਗੁਰਬਾਣੀ ਆਖਦੀ ਹੈ, ਪ੍ਰਾਣੀਆਂ ਲਈ ਕਿਰਤ ਕਰਨੀ ਬਹੁਤ ਜ਼ਰੂਰੀ ਹੈ, ਜਿਹੜਾ ਵੀ ਕੰਮ ਉਹ ਕਰ ਸਕਦੇ ਹੋਣ। ਮੇਰੇ ਸਾਹਿਬ ਦੁਨੀਆ ਨੂੰ ਗਿਆਨ ਵੰਡਦੇ ਨੇ, ਨੇਕੀ ਵੰਡਦੇ ਨੇ, ਇਹੀ ਇਹਨਾਂ ਦੀ ਕਿਰਤ ਕਮਾਈ ਹੈ। ਸੁੰਦਰੀ ਭੈਣ ਬੱਚਿਆਂ ਦੀ ਸੇਵਾ ਕਰਦੀ ਹੈ, ਇਹੀ ਉਹਦੀ ਕਿਰਤ ਕਮਾਈ ਹੈ। ਮਾਤਾ ਗੁਜਰੀ ਜੀ ਇੰਨੀ ਭਜਨ ਬੰਦਗੀ ਜੋ ਕਰਦੇ ਨੇ, ਇਹ ਉਹਨਾਂ ਦੀ ਕਿਰਤ ਕਮਾਈ ਹੈ। ਫਾਤਮਾ ਹੈਰਾਨ ਹੋ ਕੇ ਸਾਹਿਬਾ ਦੀਆਂ ਗੱਲਾਂ ਸੁਣਦੀ ਰਹੀ, ਫੇਰ ਬੋਲੀ, ਜਿਹੜੇ ਲੋਕ ਕੁਝ ਵੀ ਨਹੀਂ ਕਰਦੇ, ਜਿਵੇਂ ਸਾਡੇ ਪਿੰਡ ਦਾ ਸ਼ਾਹੂਕਾਰ। ਫਾਤਮਾ, ਉਹ ਲੋਕ ਸੁੰਡੀਆਂ ਵਾਂਗ ਜਿਉਂਦੇ ਨੇ, ਰੱਬ ਕੋਲੋਂ ਲਈ ਤਾਂ ਜਾਂਦੇ ਨੇ, ਉਹਦੇ ਬਦਲੇ ਕੁਝ ਦਿੰਦੇ ਕੁਝ ਨਹੀਂ। ਸਾਹਿਬਾ, ਰਮਜ਼ਾਨ ਕਿਉਂ ਮਰ ਗਿਆ? ਡਾਕੂ ਉਸ ਨੂੰ ਕਿਉਂ ਟੱਕਰ ਗਏ? ਇੱਕ ਫਾਤਮਾ ਨੇ ਪੁੱਛਿਆ। ਫਾਤਮਾ, ਗੁਰਬਾਣੀ ਆਖਦੀ ਹੈ, ਕਿਰਤ ਕਰਮ ਕਰਕੇ ਵਿਛੜਾ ਅਸੀਂ ਸਿਰਫ ਆਪਣੇ ਜਿੰਨਾ ਹੀ ਸੋਚ ਸਕਦੇ ਹਾਂ। ਸਾਡੇ ਕਰਮਾਂ ਦੀ ਜੋ ਕਮਾਈ ਹੁੰਦੀ ਹੈ, ਉਸ ਦੇ ਹਿਸਾਬ ਨਾਲ ਸਾਨੂੰ ਜਿਉਣਾ ਪੈਂਦਾ ਹੈ। ਬੇਬੇ ਆਖਦੀ ਸੀ, ਸਾਡਾ ਜਿਹੜਾ ਪਰਛਾਵਾਂ ਹੁੰਦਾ ਹਨੇਰੇ ਵਿੱਚ ਭਾਵੇਂ ਨਹੀਂ ਦਿਸਦਾ, ਛਾਂ ਵਿੱਚ ਵੀ ਨਹੀਂ ਦਿਸਦਾ, ਸਿਰਫ ਧੁੱਪ ਵਿੱਚ ਦਿਸਦਾ, ਉਹ ਸਾਡਾ ਰਾਈ ਰਾਈ ਦਾ ਹਿਸਾਬ ਰੱਖਦਾ। ਰਮਜ਼ਾਨ ਦਾ ਤੇਰੇ ਨਾਲ ਕੋਈ ਅਗਲਾ ਪਿਛਲਾ ਹਿਸਾਬ ਹੋਵੇਗਾ ਅਤੇ ਤੇਰਾ ਰਮਜ਼ਾਨ ਨਾਲ ਵੀ ਕੋਈ ਲੇਖਾ ਜੋਖਾ ਹੋਣਾ ਹੈ, ਸਾਹਿਬਾ ਨੇ ਦੱਸਿਆ। ਇਹ ਸਭ ਕੁਝ ਮੇਰੇ ਕੋਲੋਂ ਸਿਹਾ ਨਹੀਂ ਜਾਂਦਾ ਸਾਹਿਬਾ। ਸਾਹਿਬਾ ਆਖਦੇ ਸੀ, ਕੁਝ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ, ਉਸ ਦਾ ਹੁਕਮ ਮੰਨਣਾ ਪੈਂਦਾ। ਤੂੰ ਕਦੇ ਆਪਣੇ ਸਾਹਿਬ ਤੋਂ ਇਹ ਨਹੀਂ ਪੁੱਛਿਆ ਕਿ ਕੀ ਇਸ ਸਭ ਕਾਸੇ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ? ਫਾਤਮਾ ਨੇ ਪੁੱਛਿਆ ਸੀ। ਆਖਦੇ ਸਨ, ਤੂੰ ਤੇ ਸਾਹਿਬਾ ਬਹੁਤ ਕਾਸੇ ਤੋਂ ਪਾਰ ਲੰਘ ਆਈ ਹੈ। ਕਈ ਦਿਨਾਂ ਤੋਂ ਮੈਂ ਉਹਨਾਂ ਦੀ ਇਸੇ ਗੱਲ ਨੂੰ ਸੋਚੀ ਜਾ ਰਹੀ ਹਾਂ ਕਿ ਮੈਂ ਬਹੁਤ ਕੁਝ ਕਿਹੜੇ ਤੋਂ ਪਾਰ ਲੰਘ ਆਈਆਂ। ਉਹ ਗੱਲਾਂ ਕਰ ਹੀ ਰਹੀਆਂ ਸਨ ਜਦੋਂ ਸੇਵਕ ਨੇ ਆ ਕੇ ਦੱਸਿਆ, ਵੱਡੇ ਮਾਤਾ ਜੀ ਆਪ ਨੂੰ ਯਾਦ ਕਰ ਰਹੇ ਹਨ। ਸਾਹਿਬਾ ਉਸ ਵੇਲੇ ਮਾਤਾ ਜੀ ਵੱਲ ਜਾਣ ਲਈ ਉੱਠ ਖੜ੍ਹੀ ਹੋਈ ਅਤੇ ਉਹਦੇ ਨਾਲ ਫਾਤਮਾ ਵੀ ਤੁਰ ਪਈ।